ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਕੀਤੀ ਅਮਰੀਕਾ ਦੇ ਵਿੱਚ ਹਿੰਸਾ ਦੀ ਨਿੰਦਾ, ਕੈਨੇਡਾ ਦੇ ਮੰਤਰੀਆਂ ਨੇ ਜਾਰੀ ਕੀਤੇ ਬਿਆਨ। ਕੈਨੇਡਾ ਦੇ ਵਿੱਚ ਪੰਜਾਬੀ ਗੈਂਗਸਟਰ ਦਾ ਕਤਲ, ਗੈਂਗਸਟਰ ਗੈਰੀ ਕੰਗ ਦਾ ਹੋਇਆ ਕਤਲ। ਕੈਨੇਡਾ ਦੇ ਵਿੱਚ ਸ਼ੁਰੂ ਹੋਏ ਨਵੇਂ ਨਿਯਮ, ਕੈਨੇਡਾ ਆਉਣ ਵਾਲਿਆਂ ਦੇ ਲਈ ਨਿਯਮ। ਕਿਊਬੈਕ ਦੇ ਵਿੱਚ ਲੱਗਿਆ ਕਰਫਿਊ, ਜਾਣੋ ਕੀ ਹੋਈਆਂ ਸਖਤੀਆਂ। ਅਮਰੀਕਾ ਦੇ ਵਿੱਚ ਹਿੰਸਾ ਬਾਅਦ ਲੱਗੀ ਐਮਰਜੈਂਸੀ, ਵਾਸ਼ਿੰਗਟਨ ਦੇ ਵਿੱਚ 15 ਦਿਨਾਂ ਦੀ ਐਮਰਜੈਂਸੀ। ਮਾਰਕ ਜ਼ੁਕਰਬਰਗ ਦਾ ਟਰੰਪ ਤੇ ਐਕਸ਼ਨ, ਟਰੰਪ ਦੇ ਅਕਾਊਂਟਸ ਨੂੰ ਸੋਸ਼ਲ ਮੀਡੀਆ ਤੇ ਕੀਤਾ ਫ੍ਰੀਜ਼। ਅਮਰੀਕਾ ਦੇ ਵਿੱਚ ਜੋ ਹਿੰਸਾ ਹੋਈ ਹੈ, ਟਰੰਪ ਸਪੋਰਟਰਸ ਵੱਲੋਂ ਜਿਸ ਤਰ੍ਹਾਂ ਦਾ ਉੱਥੇ ਪ੍ਰਦਰਸ਼ਨ ਕੀਤਾ ਗਿਆ ਹੈ, ਉਸ ਦੀ ਨਿੰਦਾ ਕੀਤੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ। ਨਾਲ ਹੀ ਕਈ ਕੈਨੇਡਾ ਦੇ ਅਜਿਹੇ ਹੋਰ ਮੰਤਰੀ ਹਨ ਜਿਨ੍ਹਾਂ ਵੱਲੋਂ ਇਸ ਬਾਰੇ ਦੇ ਵਿੱਚ ਆਪਣੇ ਬਿਆਨ ਜਾਰੀ ਕੀਤੇ ਗਏ ਹਨ। ਸੋ ਇਹ ਟਵੀਟ ਕੀਤਾ ਗਿਆ ਹੈ ਟਰੂਡੋ ਵੱਲੋਂ, ਜਿਸ ਦੇ ਵਿੱਚ ਉਹਨਾਂ ਇਸ ਦੀ ਨਿਖੇਧੀ ਕੀਤੀ ਹੈ, ਨਿੰਦਾ ਕੀਤੀ ਹੈ। ਬਾਕੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ। ਜੋ ਅਮਰੀਕਾ ਦੇ ਵਿੱਚ ਹਿੰਸਾ ਹੋਈ ਹੈ, ਉਸ ਦੀ ਹਰ ਪਾਸੇ ਆਲੋਚਨਾ ਕੀਤੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅਮਰੀਕੀ ਸੰਸਦ ਦੇ ਵਿੱਚ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਐਨਡੀਪੀ ਲੀਡਰ ਜਗਮੀਤ ਸਿੰਘ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਮੈਂਬਰ ਪਾਰਲੀਮੈਂਟ ਰਣਦੀਪ ਸਰਾਏ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਆਪਣੀ ਟਿੱਪਣੀ ਇਸ ਹਿੰਸਾ ਦੇ ਬਾਰੇ ਵਿੱਚ ਕੀਤੀ ਗਈ ਹੈ। ਟਰੂਡੋ ਨੇ ਟਵਿੱਟਰ ਦੇ ਉੱਪਰ ਲਿਖਿਆ ਕਿ ਕੈਨੇਡੀਅਨ ਲੋਕ ਇਸ ਵਾਰਦਾਤ ਤੋਂ ਦੁਖੀ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਕੋਲ ਬਿਨਾਂ ਲਾਇਸੈਂਸ ਵਾਲੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਚੋਣਾਂ ਵਿੱਚ ਮਿਲੀ ਹਾਰ ਨੂੰ ਮੰਨਣ ਦੇ ਲਈ ਤਿਆਰ ਨਹੀਂ ਹਨ। ਇਸ ਕਾਰਨ ਉਹਨਾਂ ਦੇ ਸਮਰਥਕਾਂ ਨੇ ਜ਼ਬਰਦਸਤੀ ਸੰਸਦ ਕੈਪੀਟਲ ਹਿੱਲ ਦੇ ਵਿੱਚ ਦਾਖਲ ਹੋ ਕੇ ਹਿੰਸਾ ਕੀਤੀ। ਇਹ ਸਭ ਉਸ ਸਮੇਂ ਹੋਇਆ ਜਦੋਂ ਸੰਸਦ ਮੈਂਬਰ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਅਧਿਕਾਰਿਕ ਰੂਪ ਦੇ ਵਿੱਚ ਚੋਣ ਜੇਤੂ ਕਰਾਰ ਦੇਣ ਵਾਲੇ ਸਨ। ਇਸ ਦੇ ਨਾਲ ਹੀ ਟਰੰਪ ਸਮਰਥਕ ਅਚਾਨਕ ਸੰਸਦ ਦੇ ਵਿੱਚ ਦਾਖਲ ਹੋਏ ਅਤੇ ਹਿੰਸਾ ਕਰਨ ਲੱਗੇ ਤੇ ਫੌਜ ਨੇ ਉਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਸੋ ਇਸ ਦੀ ਨਿੰਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਨਾਲ ਦੀ ਨਾਲ ਹੋਰ ਲੀਡਰਸ ਵੱਲੋਂ ਵੀ ਕੀਤੀ ਗਈ ਹੈ। ਕੈਨੇਡਾ ਆਉਣ ਵਾਲੇ ਯਾਤਰੀਆਂ ਦੇ ਲਈ ਕੈਨੇਡਾ ਦੇ ਵਿੱਚ ਨਵੇਂ ਨਿਯਮਾਂ ਦੀ ਸ਼ੁਰੂਆਤ ਹੋ ਗਈ ਹੈ। 에ਅਰਪੋਰਟ ਦੇ ਉੱਪਰ ਆਉਣ ਵਾਲੇ ਯਾਤਰੀਆਂ ਨੂੰ ਹੁਣ ਇੱਥੇ ਆਪਣਾ ਕਰੋਨਾ ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਹੋਵੇਗਾ। ਇਹ PCR ਟੈਸਟ ਹੋਣਾ ਚਾਹੀਦਾ ਹੈ ਤੇ ਇਹ 72 ਘੰਟੇ ਪਹਿਲਾਂ ਕੈਨੇਡਾ ਆਉਣ ਤੋਂ ਕਰਵਾਇਆ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਏਅਰ ਕੈਨੇਡਾ ਵੱਲੋਂ ਇੱਕ ਪੱਤਰ ਲਿਖਿਆ ਗਿਆ ਸੀ ਜਿਸ ਦੇ ਵਿੱਚ ਮੰਗ ਕੀਤੀ ਜਾ ਰਹੀ ਸੀ ਕਿ ਇਸ ਨਵੇਂ ਨਿਯਮ ਨੂੰ 1 ਮਹੀਨੇ ਤੱਕ ਲਈ ਟਾਲ ਦਿੱਤਾ ਜਾਵੇ, ਕਿਉਂਕਿ ਕੋਵਿਡ-19 ਦੇ ਕਰਕੇ ਪਹਿਲਾਂ ਹੀ ਜਿਹੜੀਆਂ ਏਅਰਲਾਈਨਸ ਹਨ ਉਹ ਘਾਟੇ ਵਿੱਚ ਨੇ। ਪਰ ਸਰਕਾਰ ਨੇ ਇਸ ਨੂੰ ਨਹੀਂ ਰੋਕਿਆ, ਇਸ ਨੂੰ ਨਹੀਂ ਟਾਲਿਆ ਗਿਆ ਤੇ ਅੱਜ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਕਿਉਂਕਿ ਫੈਡਰਲ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਜਿਹਾ ਕਦਮ ਇਸ ਕਰਕੇ ਚੁੱਕਿਆ ਜਾ ਰਿਹਾ ਹੈ ਤਾਂ ਕਿ ਕਰੋਨਾ ਵਾਇਰਸ ਨੂੰ ਕੈਨੇਡਾ ਦੇ ਵਿੱਚ ਕਾਬੂ ਕੀਤਾ ਜਾ ਸਕੇ। ਕੈਨੇਡਾ 에ਅਰਪੋਰਟਸ ਦੇ ਉੱਪਰ ਅੱਜ ਤੋਂ ਨਵੇਂ ਨਿਯਮਾਂ ਦੀ ਸ਼ੁਰੂਆਤ ਹੋ ਗਈ ਹੈ। ਅੱਜ ਤੋਂ ਕੈਨੇਡਾ ਹਵਾਈ ਯਾਤਰਾ ਕਰਕੇ ਆਉਣ ਵਾਲਿਆਂ ਨੂੰ ਆਪਣਾ ਕੋਵਿਡ ਨੈਗੇਟਿਵ ਟੈਸਟ ਦਿਖਾਉਣਾ ਹੋਵੇਗਾ। ਇਹ ਟੈਸਟ PCR ਟੈਸਟ ਹੋਣਾ ਚਾਹੀਦਾ ਹੈ। ਇਸ ਟੈਸਟ ਨੂੰ ਕੈਨੇਡਾ ਆਉਣ ਤੋਂ 72 ਘੰਟੇ ਪਹਿਲਾਂ ਕਰਾਉਣਾ ਜ਼ਰੂਰੀ ਹੋਵੇਗਾ। ਕੈਨੇਡਾ ਦੀ ਵੱਡੀ ਏਅਰਲਾਈਨ ਏਅਰ ਕੈਨੇਡਾ ਵੱਲੋਂ ਇਸ ਉੱਪਰ ਇਤਰਾਜ਼ ਜ਼ਰੂਰ ਜਤਾਇਆ ਗਿਆ ਸੀ, ਜਿਸ ਦੇ ਵਿੱਚ ਉਹਨਾਂ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਨਿਯਮ ਨੂੰ 1 ਮਹੀਨੇ ਤੱਕ ਲਈ ਟਾਲ ਦਿੱਤਾ ਜਾਵੇ, ਜਿਸ ਵਿੱਚ ਉਹਨਾਂ ਇਹ ਤਰਕ ਦਿੱਤਾ ਸੀ ਕਿ ਇਹ ਨਿਯਮ ਕਾਫੀ ਕੰਪਲਿਕੇਟਡ ਹਨ। ਇਸ ਨੂੰ ਸਮਝਣ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਤੇ ਲੋਕ ਉਤਸ਼ਾਹਿਤ ਹੋ ਕੇ ਯਾਤਰਾ ਨਹੀਂ ਕਰਨਗੇ। ਨਾਲ ਹੀ ਉਹਨਾਂ ਨੇ ਏਅਰਲਾਈਨਸ ਨੂੰ ਪਏ ਘਾਟੇ ਦਾ ਵੀ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਸੀ ਕਿ ਕੋਵਿਡ-19 ਕਰਕੇ ਪਹਿਲਾਂ ਹੀ ਏਅਰਲਾਈਨਸ ਘਾਟੇ ਵਿੱਚ ਹਨ ਤੇ ਹੁਣ ਜੇਕਰ ਅਜਿਹਾ ਨਿਯਮ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਦਾ ਵੀ ਅਸਰ ਏਅਰਲਾਈਨਸ ਦੇ ਉੱਪਰ ਪਵੇਗਾ। ਪਰ ਇਸ ਤੋਂ ਬਾਅਦ ਵੀ ਹੁਣ ਕੈਨੇਡਾ ਦੇ ਵਿੱਚ ਇਹ ਨਵਾਂ ਨਿਯਮ ਜਾਰੀ ਕਰ ਦਿੱਤਾ ਗਿਆ ਹੈ ਤੇ ਜਿਸ ਦੀ ਜਾਣਕਾਰੀ ਏਅਰ ਕੈਨੇਡਾ ਵੱਲੋਂ ਖੁਦ ਵੀ ਟਵਿੱਟਰ ਦੇ ਉੱਪਰ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਇਸ ਨਿਯਮ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਦੱਸਿਆ ਹੈ ਕਿ ਜੋ ਵੀ ਯਾਤਰੀ ਹੁਣ ਕੈਨੇਡਾ ਆਉਣਗੇ ਉਹਨਾਂ ਨੂੰ ਆਪਣਾ ਕਰੋਨਾ ਟੈਸਟ ਲਾਜ਼ਮੀ ਤੌਰ ਦੇ ਉੱਪਰ ਦਿਖਾਉਣਾ ਹੋਵੇਗਾ। ਕਿਊਬੈਕ ਦੇ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ 4 ਹਫ਼ਤਿਆਂ ਦੇ ਲਈ। ਨਾਲ ਦੀ ਨਾਲ ਓਵਰਨਾਈਟ ਕਰਫਿਊ ਵੀ ਇੱਥੇ ਲਗਾਇਆ ਗਿਆ। ਜਦੋਂ ਦੇ ਕੋਵਿਡ-19 ਦੀ ਸ਼ੁਰੂਆਤ ਹੋਈ ਹੈ, ਕਿਊਬੈਕ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਰਫਿਊ ਲਗਾਇਆ ਗਿਆ ਹੋਵੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬੰਦ ਰੱਖਣ ਦੇ ਲਈ ਕਿਹਾ ਗਿਆ ਹੈ, ਜਿਸ ਦੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਦੱਸ ਦਈਏ ਕਿ ਪ੍ਰੀਮੀਅਰ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਸੀ ਕਿਉਂਕਿ ਕਿਊਬੈਕ ਦੇ ਵਿੱਚ ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਜਿਸ ਦੇ ਚੱਲਦਿਆਂ ਇਹ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ। ਸੰਕੇਤ ਪਹਿਲਾਂ ਹੀ ਦੇ ਦਿੱਤੇ ਗਏ ਸੀ ਕਿ ਹੋ ਸਕਦਾ ਹੈ ਕਿ ਸਖਤੀ ਕੀਤੀ ਜਾ ਸਕੇ ਤੇ ਇਹ ਵੀ ਸੰਕੇਤ ਮਿਲ ਗਏ ਸਨ ਕਿ ਇੱਥੇ ਕਰਫਿਊ ਵੀ ਲਗਾਇਆ ਜਾ ਸਕਦਾ ਹੈ। ਕਿਊਬੈਕ ਦੇ ਵਿੱਚ ਹੋਰ ਸਖਤੀਆਂ ਕਰਦਿਆਂ 4 ਹਫ਼ਤਿਆਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਪ੍ਰੀਮੀਅਰ ਵੱਲੋਂ ਖੁਦ ਇਸ ਦਾ ਐਲਾਨ ਕੀਤਾ ਗਿਆ।
क्यूबेक सरकार ने प्रोविंस ਦੇ ਵਿੱਚ ਓਵਰਨਾਈਟ ਕਰਫਿਊ ਵੀ ਲਗਾ ਦਿੱਤਾ। ਇਸ ਦੇ ਨਾਲ ਹੀ ਗੈਰ ਜ਼ਰੂਰੀ ਕੰਮ ਬੰਦ ਰੱਖਿਆ ਜਾਵੇਗਾ। ਇਹ ਸਖਤ ਕਦਮ ਕੋਵਿਡ-19 ਦੇ ਕਾਰਨ ਚੱਕਿਆ ਗਿਆ ਕਿਉਂਕਿ ਇੱਥੇ ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ। ਪ੍ਰੀਮੀਅਰ ਨੇ ਕਿਹਾ ਹੈ ਕਿ ਆਉਣ ਵਾਲਾ ਮਹੀਨਾ ਕਾਫੀ ਗੰਭੀਰ ਹੋਵੇਗਾ। ਦੱਸ ਦਈਏ ਕਿ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਇੱਥੇ ਕਰਫਿਊ ਜਾਰੀ ਰਹੇਗਾ। ਨਾਲ ਹੀ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਊਬੈਕ ਦੇ ਵਿੱਚ ਕੋਵਿਡ-19 ਦੇ ਕਰਕੇ ਕਰਫਿਊ ਲਗਾਇਆ ਗਿਆ ਹੋਵੇ। ਜਿਮ ਅਤੇ ਰੈਸਟੋਰੈਂਟ ਇਸ ਦੌਰਾਨ ਬੰਦ ਰਹਿਣਗੇ। ਰੈਸਟੋਰੈਂਟ ਦੇ ਵਿੱਚ ਡਿਲੀਵਰੀ ਜਾਰੀ ਰਹੇਗੀ। ਧਾਰਮਿਕ ਜਗ੍ਹਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਡੇ ਕੇਅਰਸ ਖੁੱਲ੍ਹੇ ਰਹਿਣਗੇ। ਜਨਵਰੀ 11 ਤੋਂ ਐਲੀਮੈਂਟਰੀ ਸਕੂਲ ਖੁੱਲ੍ਹਣਗੇ। 5ਵੀਂ ਅਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਸਕ ਪਾਉਣੇ ਲਾਜ਼ਮੀ ਹੋਣਗੇ। ਇੱਕ ਹੋਰ ਹਫ਼ਤੇ ਦੇ ਲਈ ਹਾਈ ਸਕੂਲ ਬੰਦ ਰਹਿਣਗੇ, ਜਾਣੀ ਕਿ 18 ਜਨਵਰੀ ਨੂੰ ਇਹ ਮੁੜ ਤੋਂ ਖੋਲ੍ਹੇ ਜਾਣਗੇ। ਗਰੋਸਰੀ ਸਟੋਰਸ ਨੂੰ 7:30 ਜਾਣੀ 7:30 ਵਜੇ ਬੰਦ ਕਰਨਾ ਹੋਵੇਗਾ। ਕਿਸੇ ਤਰ੍ਹਾਂ ਦੇ ਵੀ ਇਕੱਠ ਦੇ ਉੱਪਰ ਮਨਾਹੀ ਹੋਵੇਗੀ। In recent weeks, the pandemic has worsened around the world, including here in Quebec. The situation in our hospitals is critical, especially in Montreal. There are still too many visits in homes. That's why I'm announcing that starting next Saturday, there'll be a curfew from 8 p.m. to 5 a.m. during 4 weeks. So after 8 p.m., we won't be allowed to go out in streets except for work. During the day, we also need to reduce contacts in houses. Many non-essential activities will also continue to be closed until February the 8th. It'll be mandatory to work from home for office workers. All non-essential businesses as well as places of worship will remain closed until February the 8th. Funerals will be authorized for a maximum of 10 people. Groceries will have to close at 7:30 p.m. Pharmacies and gas stations will be allowed to stay open. Regarding schools, I think it's essential that children continue to learn, so we'll reopen primary schools on January the 11th as planned. But all children will have to wear a mask outside the classroom, and children in 5th and 6th grade will have to wear a mask in the classroom. Secondary or high schools will continue online and reopen on January the 11th. All teachers and students will have to wear a procedural mask. We'll distribute 2 masks per day to everyone in every school. Regarding libraries, it's already allowed to borrow books. From January 11, children will be also allowed to go there to study. Outside activities will still be allowed as long as it's with people in your bubble. I know those measures are tough for our mental health, but we have to balance that with the situation in our hospitals. The situation is very serious. The virus is especially dangerous for people over the age of 65. I ask them to be very careful and to stay home as much as possible. We all need to stay home as much as possible for the next 4 weeks. Police officers will be there to make sure everybody respects the rules. We see the light at the end of the tunnel with the vaccine, but we need to reduce the contagion right now, and I'm counting on you all. Thank you. ਓਨਟਾਰੀਓ ਦੇ ਵਿੱਚ ਸਕੂਲ ਨਹੀਂ ਖੁੱਲਣਗੇ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ। ਹਾਲਾਂਕਿ ਇਸ ਦਾ ਅਧਿਕਾਰਿਤ ਤੌਰ ਦੇ ਉੱਪਰ ਕੋਈ ਵੀ ਬਿਆਨ ਜਾਰੀ ਕੀਤਾ ਨਹੀਂ ਗਿਆ, ਜਾਣੀ ਕਿ ਇਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ। ਪ੍ਰੀਮੀਅਰ ਡਗਫੋਰਡ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਸ ਦਾ ਐਲਾਨ ਜਿਹੜਾ ਹੈ ਇਸ ਦੇ ਬਾਰੇ ਵਿੱਚ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਰਾਹੀਂ ਦੇ ਦਿੱਤੀ ਜਾਵੇਗੀ, ਪਰ ਇਹ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਹੋ ਸਕਦਾ ਹੈ ਕਿ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਵਰਚੁਅਲ ਲਰਨਿੰਗ ਨੂੰ ਹੀ ਜਾਰੀ ਰੱਖਿਆ ਜਾਵੇ, ਕਿਉਂਕਿ ਇੱਥੇ ਰੋਜ਼ਾਨਾ 3000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਓਨਟਾਰੀਓ ਦੇ ਵਿੱਚ ਕੱਲ ਤੋਂ ਸਕੂਲ ਨਹੀਂ ਖੁੱਲਣਗੇ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ, ਜਿਸ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਭਲਕੇ ਇਹ ਸਕੂਲ ਨਹੀਂ ਖੁੱਲਣਗੇ। ਪ੍ਰੀਮੀਅਰ ਡਗਫੋਰਡ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਦਾ ਐਲਾਨ ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਕਰਨਗੇ।
ਪਹਿਲੇ ਹਫਤੇ ਨਾਰਦਰਨ ਓਨਟਾਰੀਓ ਅਤੇ ਐਲੀਮੈਂਟਰੀ ਵਿਦਿਆਰਥੀਆਂ ਵੱਲੋਂ ਆਨਲਾਈਨ ਪੜ੍ਹਾਈ ਕੀਤੀ ਗਈ ਹੈ। ਨਾਲ ਹੀ ਜਾਣਕਾਰੀ ਮਿਲੀ ਹੈ ਕਿ ਜੋ ਹੌਟ ਜ਼ੋਨਸ ਦੇ ਵਿੱਚ ਸਕੂਲ ਹਨ, ਜਨਵਰੀ 25 ਤੱਕ ਉਹ ਬੰਦ ਰਹਿਣਗੇ। ਪਰ ਦੱਸ ਦਈਏ ਕਿ ਇਸ ਦੀ ਪੁਸ਼ਟੀ ਐਜੂਕੇਸ਼ਨ ਮਿਨਿਸਟਰੀ ਵੱਲੋਂ ਅਜੇ ਨਹੀਂ ਕੀਤੀ ਗਈ। ਸਾਊਦਰਨ ਓਨਟਾਰੀਓ ਦੇ ਹਾਈ ਸਕੂਲ ਵਿਦਿਆਰਥੀਆਂ ਦੇ ਲਈ ਵਰਚੁਅਲ ਲਰਨਿੰਗ 25 ਜਨਵਰੀ ਤੱਕ ਜਾਰੀ ਰਹੇਗੀ। ਦੱਸਿਏ ਕਿ ਓਨਟਾਰੀਓ ਦੇ ਵਿੱਚ ਲਗਾਤਾਰ ਰੋਜ਼ਾਨਾ ਜ਼ਿਆਦਾ ਕੋਵਿਡ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਇਹ ਸਿਹਤ ਮਾਹਿਰਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਹਿਲਾਂ ਹੀ 26 ਦਸੰਬਰ ਤੋਂ ਇੱਥੇ ਲਾਕਡਾਊਨ ਲਗਾਇਆ ਗਿਆ, ਜਾਣੀ ਕਿ ਜੋ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਉਸ ਦੇ ਚੱਲਦਿਆਂ ਪ੍ਰੀਮੀਅਰ ਡਗਫੋਰਡ ਵੱਲੋਂ ਇੱਥੇ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਲਾਕਡਾਊਨ ਹੋਣ ਦੇ ਬਾਵਜੂਦ ਵੀ ਰੋਜ਼ਾਨਾ 3000 ਤੋਂ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਜਾ ਰਹੇ ਹਨ। ਓਨਟਾਰੀਓ ਦੇ ਵਿੱਚ ਰੋਜ਼ਾਨਾ 3000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਦੇ ਵਿੱਚ ਇਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹਨ, ਕਿਉਂਕਿ ਪਹਿਲਾਂ ਤੋਂ ਹੀ ਇੱਥੇ ਲਾਕਡਾਊਨ ਲੱਗਿਆ ਹੋਇਆ ਹੈ, ਸਖਤੀਆਂ ਕੀਤੀਆਂ ਗਈਆਂ ਨੇ ਜੋ ਕਿ 26 ਦਸੰਬਰ ਤੋਂ ਜਾਰੀ ਹਨ। ਨਾਲ ਦੀ ਨਾਲ ਕਿਊਬੈਕ ਦੇ ਵਿੱਚ ਵੀ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਵੀ ਹੁਣ ਸਖਤੀਆਂ ਕਰ ਦਿੱਤੀਆਂ ਗਈਆਂ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਵਿੱਚ ਕੇਸਿਸ ਓਵਰਵਿਊ ਕੀ ਹੈ ਤੇ ਕਿਸ ਪ੍ਰੋਵਿੰਸ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਹਨ। 24 ਘੰਟਿਆਂ ਦੌਰਾਨ ਓਨਟਾਰੀਓ ਦੇ ਵਿੱਚ 3519 ਮਾਮਲੇ ਸਾਹਮਣੇ ਆਏ ਹਨ ਤੇ ਇਸ ਦੇ ਨਾਲ ਹੁਣ ਤੱਕ ਆਉਣ ਵਾਲੇ ਮਾਮਲਿਆਂ ਦਾ ਅੰਕੜਾ 2,04,145 ਹੋ ਗਿਆ ਹੈ। ਟੋਰਾਂਟੋ ਤੋਂ 891, ਪੀਲ ਰੀਜਨ ਤੋਂ 598, ਯਾਰਕ ਰੀਜਨ ਤੋਂ 457, ਵਿੰਡਸਰ ਐਸੈਕਸ ਤੋਂ 208 ਮਾਮਲੇ ਸਾਹਮਣੇ ਆਏ ਹਨ। ਇਸ ਪ੍ਰੋਵਿੰਸ ਦੇ ਵਿੱਚ 24 ਘੰਟਿਆਂ ਦੌਰਾਨ 99 ਮੌਤਾਂ ਹੋਈਆਂ, ਜਿਸ ਦੇ ਨਾਲ ਮੌਤਾਂ ਦਾ ਅੰਕੜਾ 4,856 ਹੋ ਗਿਆ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,472 ਹੈ, ਜਿਨ੍ਹਾਂ ਵਿੱਚੋਂ 363 ਇੰਟੈਂਸਿਵ ਕੇਅਰ ਅਧੀਨ ਹਨ ਅਤੇ 242 ICU ਦੇ ਵਿੱਚ ਵੈਂਟੀਲੇਟਰ ਉੱਪਰ ਨੇ। ਓਨਟਾਰੀਓ ਦੇ ਵਿੱਚ ਹੁਣ ਤੱਕ ਆਏ ਮਾਮਲਿਆਂ ਵਿੱਚੋਂ 1,72,571 ਰਿਕਵਰਡ ਕੇਸਿਸ ਹਨ। ਕਿਊਬੈਕ ਤੋਂ 2,519 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਨਾਲ ਹੀ 74 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ ਇੱਥੇ 2,20,518 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਮੌਤਾਂ ਦਾ ਅੰਕੜਾ 8,562 ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,380 ਹੈ, ਜਿਨ੍ਹਾਂ ਵਿੱਚੋਂ 202 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ 9,960 ਦੇ ਕਰੀਬ ਵੈਕਸੀਨ ਦਿੱਤੇ ਗਏ ਹਨ। ਮੈਨੀਟੋਬਾ ਤੋਂ 208 ਮਾਮਲੇ ਰਿਕਾਰਡ ਕੀਤੇ ਗਏ, ਨਾਲ ਦੀ ਨਾਲ 12 ਲੋਕਾਂ ਦੀ ਇਸ ਵਾਇਰਸ ਕਾਰਨ ਇੱਥੇ ਜਾਨ ਵੀ ਗਈ ਹੈ। ਇੱਥੇ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 319 ਹੈ, ਜਿਨ੍ਹਾਂ ਵਿੱਚੋਂ 35 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 6,33,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 16,547 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਿਕਵਰਡ ਕੇਸਿਸ ਇੱਥੇ 5,37,000 ਦੇ ਕਰੀਬ ਹਨ। ਕੈਨੇਡਾ ਦੇ ਵਿੱਚ ਲਗਾਤਾਰ ਗੈਂਗ ਵਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਸਮੇਂ-ਸਮੇਂ ਦੇ ਉੱਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਚਿੰਤਾ ਦਾ ਵਿਸ਼ਾ ਨਹੀਂ, ਕਿਉਂਕਿ ਇਸ ਦੇ ਨਾਲ ਕ੍ਰਾਈਮ ਦੇ ਵਿੱਚ ਕਾਫੀ ਵਾਧਾ ਹੁੰਦਾ ਹੈ। ਇਹਨਾਂ ਗੈਂਗ ਵਾਰਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਕਾਫੀ ਜ਼ਿਆਦਾ ਆਉਂਦਾ ਹੈ। ਅਜਿਹੇ ਹੀ ਇੱਕ ਹਾਈ ਪ੍ਰੋਫਾਈਲ ਗੈਂਗਸਟਰ ਦਾ ਕਤਲ ਕੀਤਾ ਗਿਆ ਹੈ, ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਗੈਂਗਸਟਰ ਦਾ ਨਾਮ ਗੈਰੀ ਕੰਗ ਹੈ। ਇਸ ਦੇ ਬਾਰੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਅੰਦਰ। ਗੈਂਗ ਵਾਰ ਕੈਨੇਡਾ ਦੇ ਵਿੱਚ ਇੱਕ ਵੱਡੀ ਸਮੱਸਿਆ ਬਣੇ ਹੋਏ ਹਨ। ਇਹਨਾਂ ਗੈਂਗਸ ਦੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਵੀ ਸ਼ਾਮਿਲ ਹਨ। ਇਸ ਤਰ੍ਹਾਂ ਦੀਆਂ ਗੈਂਗ ਵਾਰ ਦੀਆਂ ਕਾਫੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਕਾਰਨ ਕ੍ਰਾਈਮ ਦੇ ਵਿੱਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਸੰਬੰਧਿਤ ਘਟਨਾ ਸਰੀ ਦੇ ਵਿੱਚ ਵਾਪਰੀ, ਜਿਸ ਦੇ ਵਿੱਚ ਹਾਈ ਪ੍ਰੋਫਾਈਲ ਗੈਂਗਸਟਰ ਗੈਰੀ ਕੰਗ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿਛਲੇ ਹੀ ਮਹੀਨੇ ਗੈਰੀ ਆਪਣੇ ਉੱਤੇ ਲੱਗੇ ਚਾਰਜਸ ਕਾਰਨ ਅਦਾਲਤ ਦੇ ਵਿੱਚ ਕਾਫੀ ਗਿਲਟੀ ਹੋਏ ਸਨ। ਇਸ ਗੈਂਗਸਟਰ ਨੂੰ ਮਾਰਗਨ ਕ੍ਰੀਕ ਏਰੀਆ ਦੇ 30th ਐਵਨਿਊ ਦੇ ਵਿੱਚ 16,000 ਬਲਾਕ ਵਿੱਚ ਗੋਲੀਆਂ ਮਾਰੀਆਂ ਗਈਆਂ। ਕੁਝ ਸਮਾਂ ਪਹਿਲਾਂ ਹੀ ਮਰਡਰ ਦੇ ਕੇਸ ਦੇ ਵਿੱਚੋਂ ਉਹ ਰਿਹਾ ਹੋਏ ਸਨ ਅਤੇ ਉਸ ਦਾ ਭਰਾ ਸੈਮ ਅਜੇ ਵੀ ਕਸਟਡੀ ਦੇ ਵਿੱਚ ਹੈ। ਅਕਤੂਬਰ 2017 ਦੇ ਵਿੱਚ ਸਰੀ ਅੰਦਰ ਇਸ ਦੇ ਵੱਡੇ ਭਰਾ ਰੈਂਡੀ ਕੰਗ ਦੇ ਵੀ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਸੀ। ਇਸ ਦੌਰਾਨ ਗੈਰੀ ਕੰਗ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕੰਗ ਗੈਂਗ ਰੈੱਡ ਸਕਾਰਪੀਅਨ ਗੈਂਗ ਦੇ ਨਾਲ ਕਾਫੀ ਦੇਰ ਤੋਂ ਲੜਾਈ ਦੇ ਵਿੱਚ ਸਨ। ਇਸੇ ਦੌਰਾਨ ਬ੍ਰਦਰ ਕੀਪਰ ਗੈਂਗ ਦੇ ਨਾਲ ਵੀ ਕੰਗ ਗੈਂਗ ਦੀ ਲੜਾਈ ਚੱਲ ਰਹੀ ਸੀ। ਬ੍ਰਦਰ ਕੀਪਰ ਅਤੇ ਕੰਗ ਗੈਂਗ ਕਿਸੇ ਸਮੇਂ ਇਕੱਠੇ ਸਨ, ਪਰ ਰੈਂਡੀ ਕੰਗ ਦੇ ਮਰਡਰ ਤੋਂ ਬਾਅਦ ਕਾਫੀ ਚੀਜ਼ਾਂ ਬਦਲ ਗਈਆਂ। ਗੈਰੀ ਕੰਗ ਦੀ ਉਮਰ 24 ਸਾਲ ਹੈ ਅਤੇ ਇਸ ਉੱਪਰ ਕਈ ਮਾਈਨਰ ਆਫੈਂਸ ਦੇ ਚਾਰਜਸ ਵੀ ਸਨ। 2017 ਤੋਂ ਹੀ ਪੁਲਿਸ ਦੀ ਰੈਂਡੀ ਕੰਗ ਅਤੇ ਗੈਰੀ ਕੰਗ ਦੇ ਉੱਪਰ ਨਜ਼ਰ ਸੀ। Now this morning at around 5 o'clock, police were called to a residence here in the area of 161st Street and 30th Avenue. When they arrived, they found
man with gunshot wounds who was taken to hospital, who unfortunately succumbed to his injuries and was pronounced dead. Now, I can share with you that our victim is 24-year-old Gary Kang. He was shot at his family residence here. And what I can further share with you is that approximately 40 minutes later, so at about 5:40 a.m. this morning, we received notice of a car fire by the Langley RCMP, and that was in the area of 229th Street and 78A Avenue. It's too early to tell if definitively if that vehicle and our earlier homicide here in Surrey is linked, but we are working on that. What I can further share with you about our victim, Gary Kang, is that he was known to police. We believe that this was a targeted incident, and further that this, we believe, is linked to the ongoing Lower Mainland gang conflict. Now, it's much too early to comment with respect to motive behind the shooting, but given what we know of Gary Kang's history with gang activity, we have reached out and we are engaged with our partners from CFS-UBC as well as SCAT, the Surrey Gang Enforcement Team, and other gang enforcement units throughout the region. Now, much is going to be said about Gary Kang, we realize, and his history, especially with respect to gang activity. But we urge the community and others, please keep in mind that he is a victim of homicide. He's not the only victim in this. His family is also a victim in this tragic and senseless incident, as well as residents of this quiet community. So if you have information, if you have dash cam video always being important in all of our investigations, especially if you are traveling in and around this area of Morgan Heights this morning around 5 o'clock, and if you were driving in the area of North Langley, so the area of 232 Street, just north of Highway 1, when you have dash cam video, it is so important that you reach out to IHIT immediately. ਅਮਰੀਕਾ ਦੇ ਵਿੱਚ ਜੋ ਟਰੰਪ ਸਮਰਥਕਾਂ ਵੱਲੋਂ ਹਿੰਸਾ ਕੀਤੀ ਗਈ ਹੈ ਉਸ ਦੀ ਨਖੇਦੀ ਹਰ ਪਾਸੇ ਹੋ ਰਹੀ ਹੈ, ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਦਾ ਪ੍ਰੋਟੈਸਟ ਕਰਦਿਆਂ ਇਸ ਨੇ ਹਿੰਸਕ ਰੂਪ ਧਾਰਨ ਕਰ ਲਿਆ, ਜੋ ਕਿ ਸੈਨੇਟ ਚੈਂਬਰ ਦੇ ਵਿੱਚ ਪਹੁੰਚ ਗਏ ਇਹ ਪ੍ਰਦਰਸ਼ਨਕਾਰੀ, ਜਿੱਥੇ ਜਾ ਕੇ ਉਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਹੈ, ਪੁਲਿਸ ਦੇ ਨਾਲ ਵੀ ਭਿੜਦੇ ਹੋਏ ਨਜ਼ਰ ਆਏ ਨੇ। ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦਿਆਂ ਹੁਣ ਵਾਸ਼ਿੰਗਟਨ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਹ ਐਮਰਜੈਂਸੀ 15 ਦਿਨਾਂ ਦੇ ਲਈ ਇੱਥੇ ਲਗਾਈ ਗਈ ਹੈ। ਅਮਰੀਕਾ ਦੇ ਵਿੱਚ ਕੱਲ ਟਰੰਪ ਸਪੋਰਟਰਸ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਅਮਰੀਕਾ ਦੇ ਵਿੱਚ ਹਿੰਸਾ ਵੱਧ ਗਈ, ਜਿਸ ਤੋਂ ਬਾਅਦ ਵਾਸ਼ਿੰਗਟਨ ਦੇ ਅੰਦਰ 15 ਦਿਨਾਂ ਦੀ ਐਮਰਜੈਂਸੀ ਲਗਾ ਦਿੱਤੀ ਗਈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੰਪ ਦੇ ਸਮਰਥਕ ਹਥਿਆਰਾਂ ਦੇ ਨਾਲ ਕੈਪੀਟਲ ਹਿੱਲ ਦੇ ਵਿੱਚ ਦਾਖਲ ਹੋ ਗਏ। ਉੱਥੇ ਉਹਨਾਂ ਵੱਲੋਂ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ। ਸੈਨੇਟ ਦੇ ਬਾਹਰ ਵੀ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਬਾਅਦ ਦੇ ਵਿੱਚ ਉੱਥੇ ਕਬਜ਼ਾ ਕਰ ਲਿਆ ਗਿਆ। ਇਹ ਸੰਘਰਸ਼ ਕਾਫੀ ਲੰਬਾ ਚੱਲਿਆ, ਪਰ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਕੈਪੀਟਲ ਹਿੱਲ ਨੂੰ ਸੁਰੱਖਿਅਤ ਕੀਤਾ। ਵਾਸ਼ਿੰਗਟਨ ਦੀ ਹਿੰਸਾ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਅਸਲ ਦੇ ਵਿੱਚ ਕੈਪੀਟਲ ਹਿੱਲ ਦੇ ਵਿੱਚ ਇਲੈਕਟੋਰਲ ਕਾਲਜ ਦਾ ਪ੍ਰੋਸੈਸ ਚੱਲ ਰਿਹਾ ਸੀ, ਜਿਸ ਦੇ ਤਹਿਤ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਦੇ ਉੱਪਰ ਮੋਹਰ ਲੱਗਣ ਦੀ ਤਿਆਰੀ ਸੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੰਪ ਸਪੋਰਟਰਸ ਵਾਸ਼ਿੰਗਟਨ ਦੇ ਵਿੱਚ ਮਾਰਚ ਕਰਦੇ ਨਜ਼ਰ ਆਏ ਅਤੇ ਕੈਪੀਟਲ ਹਿੱਲ ਦੇ ਵਿੱਚ ਹੱਲਾ ਬੋਲ ਦਿੱਤਾ। ਇੱਥੇ ਟਰੰਪ ਨੂੰ ਸੱਤਾ ਦੇ ਵਿੱਚ ਬਣਾਈ ਰੱਖਣ, ਵੋਟਾਂ ਦੀ ਦੁਬਾਰਾ ਗਿਣਤੀ ਕਰਾਉਣ ਦੀ ਮੰਗ ਕੀਤੀ ਜਾ ਰਹੀ ਸੀ। ਕੈਪੀਟਲ ਹਿੱਲ ਦੇ ਵਿੱਚ ਚੱਲ ਰਹੀ ਕਾਰਵਾਈ ਤੋਂ ਵੱਖ ਜਦੋਂ ਟਰੰਪ ਸਪੋਰਟਰਸ ਨੇ ਆਪਣਾ ਮਾਰਚ ਕੱਢਣਾ ਸ਼ੁਰੂ ਕੀਤਾ ਤਾਂ ਹੰਗਾਮਾ ਹੁੰਦੇ ਦੇਖ ਸੁਰੱਖਿਆ ਨੂੰ ਵਧਾਇਆ ਗਿਆ, ਪਰ ਇਹ ਹੰਗਾਮਾ ਰੁਕਿਆ ਨਹੀਂ। ਦੇਖਦੇ ਹੀ ਦੇਖਦੇ ਸਾਰੇ ਸਪੋਰਟਰਸ ਕੈਪੀਟਲ ਹਿੱਲ ਵੱਲ ਚਲੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਉੱਪਰ ਲਾਠੀਚਾਰਜ ਕੀਤਾ ਗਿਆ, ਹੰਝੂ ਗੈਸ ਅਤੇ ਗੋਲਿਆਂ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਵੀਰਵਾਰ ਨੂੰ ਹੋਈ ਹਿੰਸਾ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਉਹਨਾਂ ਦੱਸਿਆ ਹੈ ਕਿ ਇਹਨਾਂ ਸਮਰਥਕਾਂ ਦੇ ਕੋਲ ਬੰਦੂਕ ਅਤੇ ਇਸ ਤੋਂ ਇਲਾਵਾ ਖਤਰਨਾਕ ਚੀਜ਼ਾਂ ਵੀ ਮੌਜੂਦ ਸਨ। ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਹਿੰਸਾ ਦੇ ਬਾਅਦ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ। ਵਾਸ਼ਿੰਗਟਨ ਦੇ ਮੇਅਰ ਦੇ ਮੁਤਾਬਕ ਐਮਰਜੈਂਸੀ ਨੂੰ 15 ਦਿਨਾਂ ਦੇ ਲਈ ਵਧਾ ਦਿੱਤਾ ਗਿਆ ਹੈ। ਹਰ ਪਾਸੇ ਟਰੰਪ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ, ਕਿਉਂਕਿ ਹੁਣ ਇਹ ਮੁਸ਼ਕਿਲਾਂ ਇਰਾਕ ਦੇ ਵਿੱਚ ਵੀ ਵਧ ਰਹੀਆਂ ਨੇ। ਇੱਥੇ ਜੋ ਵਾਰੰਟ ਜਾਰੀ ਕੀਤੇ ਗਏ ਨੇ ਟਰੰਪ ਦੇ ਖਿਲਾਫ, ਕੀ ਹੈ ਪੂਰਾ ਮਾਮਲਾ, ਦੱਸਾਂਗੇ ਇਸ ਖਬਰ ਦੇ ਵਿੱਚ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਇਰਾਕ ਦੇ ਵਿੱਚ ਵੀ ਟਰੰਪ ਦੀਆਂ ਮੁਸ਼ਕਲਾਂ ਵਧੀਆਂ ਹਨ ਕਿਉਂਕਿ ਟਰੰਪ ਦੇ ਖਿਲਾਫ ਇੱਥੇ ਹੱਤਿਆ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਇਰਾਕ ਦੀ ਇੱਕ ਅਦਾਲਤ ਨੇ ਹੱਤਿਆ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਹਨ। ਗ੍ਰਿਫਤਾਰੀ ਦਾ ਵਾਰੰਟ ਬਗਦਾਦ ਦੀ ਇਨਵੈਸਟੀਗੇਟਿਵ ਕੋਰਟ ਨੇ ਜਾਰੀ ਕੀਤਾ ਹੈ। ਉਹਨਾਂ ਨੇ 1 ਸਾਲ ਪਹਿਲਾਂ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਇਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਅਤੇ ਅਬੂ ਮਹਿਦੀ ਅਲ ਮੁਹੱਦਿਸ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਇਸ ਦੀ ਜਾਣਕਾਰੀ ਅਦਾਲਤ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਅਦਾਲਤ ਨੇ ਇਹ ਵਾਰੰਟ ਅਬੂ ਮਹਿਦੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਨੂੰ ਨੋਟ ਕਰਨ ਪਿੱਛੋਂ ਜਾਰੀ ਕੀਤਾ ਹੈ। ਦੱਸ ਦਈਏ ਕਿ ਅਲ ਮੁਹੱਦਿਸ ਮੋਬਿਲਾਈਜੇਸ਼ਨ ਫੋਰਸ ਦਾ ਉਪਨੇਤਾ ਸੀ। ਕਾਸਿਮ ਸੁਲੇਮਾਨੀ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਸਨ। ਇਨ੍ਹਾਂ ਦੋਵਾਂ ਦੀ ਮੌਤ ਦੇ ਪਿੱਛੋਂ ਹੀ ਇਰਾਕ ਦੇ ਵਿੱਚ ਈਰਾਨ ਸਮਰਥਕ ਸਮੂਹਾਂ ਨੇ ਅਮਰੀਕੀ ਫੌਜ ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਸੰਗਠਨ ਅੱਜਕੱਲ੍ਹ ਹੱਤਿਆਵਾਂ ਦਾ ਅਮਰੀਕੀ ਫੌਜਾਂ ਤੋਂ ਬਦਲਾ ਲੈਣਾ ਚਾਹੁੰਦੇ ਹਨ। ਇਨ੍ਹਾਂ ਦੇ ਹਮਲਿਆਂ ਦੇ ਵਿਰੋਧ ਦੇ ਵਿੱਚ ਅਮਰੀਕਾ ਨੇ ਬਗਦਾਦ ਦੇ ਡਿਪਲੋਮੈਟਿਕ ਮਿਸ਼ਨ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਸੋ ਹੁਣ ਇਰਾਕ ਦੇ ਵਿੱਚ ਟਰੰਪ ਦੀ ਹੱਤਿਆ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਡੋਨਲਡ ਟਰੰਪ ਦੀ ਹੁਣ ਛੁੱਟੀ ਹੋ ਗਈ ਹੈ, ਜਾਣੀ ਕਿ ਜੋ ਬਾਈਡਨ ਦੀ ਜਿੱਤ ਦੇ ਉੱਪਰ ਮੋਹਰ ਲੱਗ ਗਈ ਹੈ। ਕਾਂਗਰਸ ਵੱਲੋਂ ਇਸ ਗੱਲ ਨੂੰ ਸਵੀਕਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਹੁਣ 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਜੋ ਬਾਈਡਨ ਵੱਲੋਂ ਸਹੁੰ ਚੁੱਕੀ ਜਾਵੇਗੀ। ਸੋ ਉਹਨਾਂ ਦੀ ਜਿੱਤ ਦੇ ਉੱਪਰ ਜਿੱਥੇ ਮੋਹਰ ਲਗਾਈ ਗਈ ਹੈ, ਨਾਲ ਦੀ ਨਾਲ ਕਮਲਾ ਹੈਰਿਸ ਦੀ ਜਿੱਤ ਦੇ ਉੱਪਰ ਵੀ ਸਟੈਂਪ ਜਾਣੀ ਕਿ ਮੋਹਰ ਲਗਾ ਦਿੱਤੀ ਗਈ ਹੈ। ਜੋ ਬਾਈਡਨ ਅਮਰੀਕੀ ਰਾਸ਼ਟਰਪਤੀ ਹੋਣਗੇ, ਇਸ ਦੇ ਉੱਪਰ ਹੁਣ ਪੱਕੀ ਮੋਹਰ ਲੱਗ ਗਈ ਹੈ। ਅਮਰੀਕੀ ਸੰਸਦ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਹੁਣ ਕਾਂਗਰਸ ਨੇ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਸਵੀਕਾਰ ਕਰ ਲਿਆ ਹੈ। ਜੋ ਬਾਈਡਨ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਦੇ ਵਿੱਚ ਕਮਲਾ ਹੈਰਿਸ ਦੀ ਜਿੱਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਅਮਰੀਕਾ ਦੀ ਕੈਪੀਟਲ ਹਿਲ ਇਮਾਰਤ ਦੇ ਵਿੱਚ ਟਰੰਪ ਦੇ ਸਪੋਰਟਰਸ ਵੱਲੋਂ ਜੋ ਹੰਗਾਮਾ ਕੀਤਾ ਗਿਆ, ਉਸ ਦੇ ਕਾਰਨ ਸੰਸਦ ਦੇ ਵਿੱਚ ਚੋਣ ਪ੍ਰੋਸੈਸ ਦੇ ਵਿੱਚ ਵਿਘਨ ਪਿਆ, ਜਾਣੀ ਕਿ ਰੁਕਾਵਟ ਆਈ। ਇਸ ਹੰਗਾਮੇ ਦੇ ਬਾਅਦ ਟਰੰਪ ਦੀ ਦੁਨੀਆ ਭਰ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਤੇ ਰਾਸ਼ਟਰਪਤੀ ਦੇ ਅਹੁਦੇ ਤੋਂ ਤੁਰੰਤ ਟਰੰਪ ਨੂੰ ਹਟਾਇਆ ਜਾਵੇ, ਇਸ ਦੀ ਮੰਗ ਵੀ ਹੋ ਰਹੀ ਹੈ। ਜੋ ਬਾਈਡਨ ਨੇ ਵੀ ਇਸ ਦੇ ਬਾਰੇ ਵਿੱਚ ਟਿੱਪਣੀ ਕੀਤੀ ਹੈ। ਜਾਰਜੀਆ ਦੇ ਵਿੱਚ ਡੈਮੋਕ੍ਰੈਟਿਕ ਉਮੀਦਵਾਰਾਂ ਦੀ ਜਿੱਤ ਦੇ ਨਾਲ ਹੀ ਅਮਰੀਕੀ ਸੈਨੇਟ ਦੇ ਵਿੱਚ ਡੈਮੋਕ੍ਰੈਟਿਕਸ ਅਤੇ ਰਿਪਬਲਿਕਨ ਦੀ ਸੰਖਿਆ ਬਰਾਬਰ ਹੋ ਗਈ ਹੈ। ਸੈਨੇਟ ਦੇ ਵਿੱਚ 100 ਮੈਂਬਰ ਹੁੰਦੇ ਹਨ ਅਤੇ ਹੁਣ ਦੋਵੇਂ ਪਾਰਟੀ ਬਰਾਬਰ 50-50 ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਅਮਰੀਕੀ ਸੈਨੇਟ ਦੇ ਵਿੱਚ ਰਿਪਬਲਿਕਨ ਦਾ ਬਹੁਮਤ ਸੀ। ਦੱਸਣਯੋਗ ਹੈ ਕਿ ਅਮਰੀਕੀ ਕਾਂਗਰਸ ਅਮਰੀਕਾ ਦੀ ਫੈਡਰਲ ਸਰਕਾਰ ਦਾ ਦੋ ਪੱਖੀ ਸਦਨ ਹੈ, ਜਿਸ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵਸ ਅਤੇ ਸੈਨੇਟ ਸ਼ਾਮਲ ਹਨ। ਯੂਐਸ ਕੈਪੀਟਲ ਹਿਲ ਬਿਲਡਿੰਗ ਦੇ ਵਿੱਚ ਜੋ ਹੰਗਾਮਾ ਹੋਇਆ, ਜੋ ਹਿੰਸਾ ਹੋਈ, ਉਸ ਦੇ ਨਾਲ ਇਲੈਕਟਰਲ ਦਾ ਪ੍ਰੋਸੈਸ ਪ੍ਰਭਾਵਿਤ ਹੋਇਆ। ਇਸ ਨੂੰ ਜੋ ਬਾਈਡਨ ਨੇ ਦੇਸ਼ ਧਰੋਹੀ ਕਰਾਰ ਦਿੱਤਾ ਹੈ। ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦੀ ਹਿੰਸਾ ਹੋਈ ਹੈ, ਜਿਸ ਤਰ੍ਹਾਂ ਟਰੰਪ ਸਮਰਥਕਾਂ ਵੱਲੋਂ ਸੈਨੇਟ ਚੈਂਬਰ ਦੇ ਅੰਦਰ ਦਾਖਲ ਹੋ ਕੇ ਨਾਅਰੇਬਾਜ਼ੀ ਕੀਤੀ ਗਈ ਹੈ, ਪੁਲਿਸ ਦੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ, ਉਸ ਦੀ ਨਿੰਦਾ ਹਰ ਪਾਸੇ ਹੋ ਰਹੀ ਹੈ। ਇੰਨਾ ਹੀ ਨਹੀਂ, ਹੁਣ ਡੋਨਲਡ ਟਰੰਪ ਜਿਹੜੇ ਨੇ ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀਆਂ ਦੇ ਨਿਸ਼ਾਨੇ ਦੇ ਉੱਪਰ ਵੀ ਆ ਗਏ ਨੇ। ਉਹਨਾਂ ਵੱਲੋਂ ਇਸ ਹਿੰਸਾ ਦੇ ਬਾਰੇ ਵਿੱਚ ਬਿਆਨ ਜਾਰੀ ਕੀਤਾ ਗਿਆ, ਜਿੱਥੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਇਹਨਾਂ ਸਾਬਕਾ ਰਾਸ਼ਟਰਪਤੀਆਂ ਵੱਲੋਂ ਕੀਤੀ ਗਈ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ, ਉਹਨਾਂ ਨੂੰ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਪਰ ਕੱਲ ਹਿੰਸਕ ਪ੍ਰਦਰਸ਼ਨ ਹੋਇਆ ਹੈ, ਜੋ ਕਿ ਟਰੰਪ ਦੇ ਸਮਰਥਕ ਸਨ। ਉਹਨਾਂ ਵੱਲੋਂ ਟਰੰਪ ਦੀ ਜਿੱਤ ਨੂੰ ਲੈ ਕੇ ਜਿਸ ਤਰ੍ਹਾਂ ਡੋਨਲਡ ਟਰੰਪ ਵੱਲੋਂ ਲਗਾਤਾਰ ਇਸ ਗੱਲ ਨੂੰ ਦੁਹਰਾਇਆ ਜਾ ਰਿਹਾ ਕਿ ਉਹਨਾਂ ਦੇ ਨਾਲ ਇਹਨਾਂ ਵੋਟਾਂ ਦੇ ਵਿੱਚ ਧੋਖਾ ਹੋਇਆ, ਉਸ ਦੇ ਚੱਲਦਿਆਂ ਇਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ, ਜੋ ਬਹੁਤ ਜ਼ਿਆਦਾ ਹਿੰਸਕ ਸੀ, ਜਿਸ ਦੀ ਕਾਫੀ ਜ਼ਿਆਦਾ ਨਿੰਦਾ ਕੀਤੀ ਜਾ ਰਹੀ ਹੈ। ਆਪਣੀ ਜ਼ਿੱਦ ਦੇ ਉੱਪਰ ਅੜਨਾ ਟਰੰਪ ਨੂੰ ਕਾਫੀ ਭਾਰੀ ਪਿਆ। ਜਿੱਥੇ ਅਮਰੀਕਾ ਦੇ ਵਿੱਚ ਹੋਈ ਹਿੰਸਾ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ, ਉਧਰ ਦੂਜੇ ਪਾਸੇ ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀਆਂ ਦੇ ਨਿਸ਼ਾਨੇ ਤੇ ਟਰੰਪ ਆ ਗਏ ਹਨ। ਬਰੈਕ ਓਬਾਮਾ, ਜਾਰਜ ਡਬਲਿਊ ਬੁਸ਼, ਬਿਲ ਕਲਿੰਟਨ ਅਤੇ ਜਿਮੀ ਕਾਰਟਰ ਨੇ ਸੰਸਦ ਬਿਲਡਿੰਗ ਦੇ ਵਿੱਚ ਹੋਈ ਭੰਨਤੋੜ ਨੂੰ ਲੈ ਕੇ ਟਰੰਪ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਟਰੰਪ ਦੇ ਸਪੋਰਟਰਸ ਦੀ ਵੀ ਤਿੱਖੀ ਨਿੰਦਾ ਕੀਤੀ ਗਈ ਹੈ। ਉਹਨਾਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਓਬਾਮਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅੱਜ ਦੀ ਹਿੰਸਾ ਇੱਕ ਮੌਜੂਦਾ ਰਾਸ਼ਟਰਪਤੀ ਦੇ ਆਪਣੇ ਸਪੋਰਟਰਸ ਨੂੰ ਉਕਸਾਉਣ ਦੇ ਉੱਪਰ ਹੋਈ ਹੈ। ਉਹ ਸਹੀ ਢੰਗ ਦੇ ਨਾਲ ਕੱਢੇ ਗਏ ਚੋਣ ਨਤੀਜਿਆਂ ਦੇ ਬਾਰੇ ਵਿੱਚ ਲਗਾਤਾਰ ਬੇਬੁਨਿਆਦ ਝੂਠ ਬੋਲ ਰਹੇ ਸਨ। ਨਾਲ ਹੀ ਬੁਸ਼ ਨੇ ਕਿਹਾ ਕਿ ਮੈਂ ਇਸ ਹਰਕਤ ਨੂੰ ਦੇਖ ਕੇ ਹੈਰਾਨ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਦਾ ਅਤੇ ਕਾਨੂੰਨ ਦਾ ਸਨਮਾਨ ਕਰਨ। ਕਲਿੰਟਨ ਨੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਦੇ ਵਿੱਚ ਉਹਨਾਂ ਕਿਹਾ ਕਿ ਸਾਡੇ ਕੈਪੀਟਲ, ਸਾਡੇ ਸੰਵਿਧਾਨ ਅਤੇ ਸਾਡੇ ਦੇਸ਼ ਦੇ ਵਿੱਚ ਵੱਡਾ ਹਮਲਾ ਹੋਇਆ ਹੈ। ਸਾਨੂੰ ਇਸ ਨੂੰ ਠੁਕਰਾ ਕੇ ਇਕਜੁੱਟਤਾ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਜਿਮੀ ਕਾਰਟਰ ਨੇ ਕਿਹਾ ਕਿ ਉਹ ਪਰੇਸ਼ਾਨ ਹਨ।
ਦੱਸਣਯੋਗ ਹੈ ਕਿ ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ, ਜਿਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਦੀ ਜਿੱਤ ਹੋਈ ਸੀ। ਚੋਣ ਨਤੀਜੇ ਆਉਣ ਦੇ 2 ਮਹੀਨੇ ਬਾਅਦ ਵੀ ਰਿਪਬਲਿਕਨ ਪਾਰਟੀ ਦੇ ਟਰੰਪ ਬਾਈਡਨ ਦੇ ਹੱਥੋਂ ਹਾਰ ਮੰਨਣ ਦੇ ਲਈ ਅਜੇ ਵੀ ਤਿਆਰ ਨਹੀਂ ਤੇ ਬੇਬੁਨਿਆਦ ਹੇਰਾਫੇਰੀ ਦੇ ਦੋਸ਼ ਲਗਾਉਂਦੇ ਨਜ਼ਰ ਆਏ। ਉਹਨਾਂ ਨੇ ਚੋਣ ਨਤੀਜਿਆਂ ਨੂੰ ਕਈ ਸੂਬਿਆਂ ਦੀਆਂ ਅਦਾਲਤਾਂ ਦੇ ਵਿੱਚ ਚੁਣੌਤੀ ਵੀ ਦਿੱਤੀ, ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਜੋ ਕੱਲ ਅਮਰੀਕਾ ਦੇ ਵਿੱਚ ਹੋਇਆ, ਉਸ ਦੇ ਚੱਲਦਿਆਂ ਵਾਸ਼ਿੰਗਟਨ ਦੇ ਵਿੱਚ 15 ਦਿਨਾਂ ਦੀ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟਰੰਪ ਦੇ ਉੱਪਰ ਵੀ ਐਕਸ਼ਨ ਲਿਆ ਗਿਆ ਹੈ। ਮਾਰਕ ਜ਼ੁਕਰਬਰਗ ਵੱਲੋਂ ਵੀ ਜੋ ਟਰੰਪ ਦਾ ਅਕਾਊਂਟ ਹੈ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਦੱਸ ਦਈਏ ਕਿ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਵੱਲੋਂ ਟਰੰਪ ਦੇ ਅਕਾਊਂਟਸ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਪਹਿਲਾਂ ਇਸ ਨੂੰ ਘੱਟ ਸਮੇਂ ਦੇ ਲਈ ਫ੍ਰੀਜ਼ ਕੀਤਾ ਗਿਆ ਸੀ, ਬੰਦ ਕੀਤਾ ਗਿਆ ਸੀ, ਪਰ ਹੁਣ ਇਸ ਦੀ ਜੋ ਬੰਦ ਕਰਨ ਦਾ ਸਮਾਂ ਹੈ ਉਸ ਨੂੰ ਵਧਾ ਦਿੱਤਾ ਗਿਆ। ਮਾਰਕ ਜ਼ੁਕਰਬਰਗ ਵੱਲੋਂ ਖੁਦ ਇੱਕ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਦੇ ਜੋ ਅਕਾਊਂਟ ਹੈ ਉਸ ਦੇ ਉੱਪਰ ਪਾਬੰਦੀ 24 ਘੰਟਿਆਂ ਦੇ ਲਈ ਲਗਾਈ ਗਈ ਸੀ, ਪਰ ਇਹ ਹੁਣ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜੋ ਬਾਈਡਨ ਦਾ ਇਨੋਗ੍ਰੇਸ਼ਨ ਨਹੀਂ ਹੋ ਜਾਂਦਾ, ਜਾਣੀ ਕਿ ਇਸ ਨੂੰ 2 ਹਫ਼ਤਿਆਂ ਤੱਕ ਲਈ ਜਾਰੀ ਰੱਖਿਆ ਜਾ ਸਕਦਾ ਹੈ। ਉਧਰ 12 ਘੰਟਿਆਂ ਦੇ ਲਈ ਟਵਿੱਟਰ ਵੱਲੋਂ ਉਹਨਾਂ ਦਾ ਅਕਾਊਂਟ ਫ੍ਰੀਜ਼ ਕੀਤਾ ਗਿਆ, ਪਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਜੇਕਰ ਅੱਗੇ ਇਸ ਦੇ ਉੱਪਰ ਕਾਰਵਾਈ ਕਰਨੀ ਪੈਂਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਡੋਨਾਲਡ ਟਰੰਪ ਨੂੰ ਆਪਣੀ ਜ਼ਿੱਦ ਤੇ ਅੜੇ ਰਹਿਣਾ ਅਤੇ ਸੋਸ਼ਲ ਮੀਡੀਆ ਦੇ ਸਹਾਰੇ ਝੂਠ ਬੋਲਣਾ ਕਾਫੀ ਮਹਿੰਗਾ ਪਿਆ। ਟਰੰਪ ਦੇ ਅਕਾਊਂਟ ਬੈਨ ਕਰ ਦਿੱਤੇ ਗਏ ਹਨ। ਜੀ ਹਾਂ, ਟਰੰਪ ਤੇ ਐਕਸ਼ਨ ਲੈਂਦਿਆਂ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਉਹਨਾਂ ਦੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਇੰਨਾ ਹੀ ਨਹੀਂ, YouTube ਵੱਲੋਂ ਉਹਨਾਂ ਦੀ ਉਹ ਵੀਡੀਓ ਵੀ ਹਟਾ ਦਿੱਤੀ ਗਈ ਹੈ ਜਿਸ ਦੇ ਵਿੱਚ ਉਹ ਆਪਣੇ ਸਪੋਰਟਰਸ ਨੂੰ ਭੜਕਾਉਂਦੇ ਹੋਏ ਦਿਖਾਈ ਦੇ ਰਹੇ ਸਨ। ਆਧਾਰਹੀਣ ਦਾਅਵਿਆਂ ਨੂੰ ਰੋਕਣ ਦੇ ਲਈ ਟਰੰਪ ਖਿਲਾਫ ਇੱਕ ਕਦਮ ਚੁੱਕਿਆ ਗਿਆ ਹੈ। ਪਹਿਲਾਂ ਕੁਝ ਘੰਟੇ ਦੇ ਲਈ ਅਕਾਊਂਟ ਫ੍ਰੀਜ਼ ਕੀਤੇ ਗਏ ਸਨ, ਪਰ ਬਾਅਦ ਦੇ ਵਿੱਚ ਹੋਰ ਸਖਤੀ ਦਿਖਾਈ ਗਈ। ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਟਰੰਪ ਦੇ ਅਕਾਊਂਟਸ ਤੇ ਉਦੋਂ ਤੱਕ ਪਾਬੰਦੀ ਲਗਾ ਦਿੱਤੀ ਹੈ ਜਦੋਂ ਤੱਕ ਜੋ ਬਾਈਡਨ ਦਾ ਇਨੋਗ੍ਰੇਸ਼ਨ ਨਹੀਂ ਹੋ ਜਾਂਦਾ। ਇਸ ਤੋਂ ਪਹਿਲਾਂ ਇਹ ਪਾਬੰਦੀ 24 ਘੰਟਿਆਂ ਦੇ ਲਈ ਲਗਾਈ ਗਈ ਸੀ। ਇਸ ਦੀ ਜਾਣਕਾਰੀ ਖੁਦ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਵੱਲੋਂ ਪੋਸਟ ਸਾਂਝੀ ਕਰਕੇ ਕੀਤੀ ਗਈ ਹੈ। ਉਹਨਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਦਾ ਸਾਰਾ ਕਾਰਨ ਉਹਨਾਂ ਨੇ ਪੋਸਟ ਰਾਹੀਂ ਸਪਸ਼ਟ ਕੀਤਾ ਹੈ। ਇੰਸਟਾਗ੍ਰਾਮ ਦੇ ਮੁਖੀ ਵੱਲੋਂ ਵੀ ਇਸ ਦੇ ਬਾਰੇ ਦੇ ਵਿੱਚ ਟਵੀਟ ਕੀਤਾ ਗਿਆ ਹੈ। ਟਵਿੱਟਰ ਨੇ 12 ਘੰਟਿਆਂ ਦੇ ਲਈ ਟਰੰਪ ਦਾ ਖਾਤਾ ਲੌਕ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਉਹਨਾਂ ਵੱਲੋਂ ਇਹ ਗੱਲ ਵੀ ਕਹਿ ਦਿੱਤੀ ਗਈ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਇਸ ਉੱਪਰ ਅੱਗੇ ਐਕਸ਼ਨ ਲਿਆ ਜਾ ਸਕਦਾ ਹੈ। ਸੋ ਫਿਲਹਾਲ ਦੇ ਲਈ ਟਰੰਪ ਦੇ ਸੋਸ਼ਲ ਮੀਡੀਆ ਦੇ ਸਾਰੇ ਅਕਾਊਂਟਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਕੀਤੀ ਅਮਰੀਕਾ ਦੇ ਵਿੱਚ ਹਿੰਸਾ ਦੀ ਨਿੰਦਾ, ਕੈਨੇਡਾ ਦੇ ਮੰਤਰੀਆਂ ਨੇ ਜਾਰੀ ਕੀਤੇ ਬਿਆਨ। ਕੈਨੇਡਾ ਦੇ ਵਿੱਚ ਪੰਜਾਬੀ ਗੈਂਗਸਟਰ ਦਾ ਕਤਲ, ਗੈਂਗਸਟਰ ਗੈਰੀ ਕੰਗ ਦਾ ਹੋਇਆ ਕਤਲ। ਕੈਨੇਡਾ ਦੇ ਵਿੱਚ ਸ਼ੁਰੂ ਹੋਏ ਨਵੇਂ ਨਿਯਮ, ਕੈਨੇਡਾ ਆਉਣ ਵਾਲਿਆਂ ਦੇ ਲਈ ਨਿਯਮ। ਕਿਊਬੈਕ ਦੇ ਵਿੱਚ ਲੱਗਿਆ ਕਰਫਿਊ, ਜਾਣੋ ਕੀ ਹੋਈਆਂ ਸਖਤੀਆਂ। ਅਮਰੀਕਾ ਦੇ ਵਿੱਚ ਹਿੰਸਾ ਬਾਅਦ ਲੱਗੀ ਐਮਰਜੈਂਸੀ, ਵਾਸ਼ਿੰਗਟਨ ਦੇ ਵਿੱਚ 15 ਦਿਨਾਂ ਦੀ ਐਮਰਜੈਂਸੀ। ਮਾਰਕ ਜ਼ੁਕਰਬਰਗ ਦਾ ਟਰੰਪ ਤੇ ਐਕਸ਼ਨ, ਟਰੰਪ ਦੇ ਅਕਾਊਂਟਸ ਨੂੰ ਸੋਸ਼ਲ ਮੀਡੀਆ ਤੇ ਕੀਤਾ ਫ੍ਰੀਜ਼। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।